ਵੇਰਕਾ ਜੀ ਕੀ ਮਾਮਲਾ ਹੈ ਜਿਹੜਾ ਤੁਸੀਂ ਦੱਸਣ ਜਾ ਰਹੇ ਹੋ? ਕਿਉਂਕਿ ਜਿਹੜਾ ਮਈ 2016 ਦੇ ਵਿੱਚ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ 'ਚ ਜਿਹੜੀ ਅਗਨਕਾਂਡ ਹੋਇਆ ਸੀ, ਜਿਹਦੇ ਵਿੱਚ ਮਹਾਰਾਜ ਦੇ ਜਿਹੜੇ ਪਾਵਨ ਸਰੂਪ ਆ ਉਹ ਕੋਈ ਅਗਨ ਭੇਟ ਹੋਈ ਸੀ ਤੇ ਕੋਈ ਪਾਣੀ ਨਾਲ ਨੁਕਸਾਨੇ ਗਏ ਸੀ। ਉਹਦੇ ਸਬੰਧ 'ਚ ਜਿਹੜਾ ਸਾਡੇ ਕੋਲ ਕੋਈ ਐਵੀਡੈਂਸ ਆਇਆ ਵਾ, ਅਸੀਂ ਜਦੋਂ ਪਹਿਲਾਂ ਵੀ ਆਪਣੀ ਇਨਕੁਆਇਰੀ 'ਚ ਕਿਹਾ ਸੀ 80 ਸਰੂਪ ਜਿਹੜੇ ਆ ਉਹ ਨੁਕਸਾਨਦੇਹ ਹੋਏ ਆ ਅਗਨ ਲੱਗਣ ਨਾਲ ਤੇ ਜਾਂ ਜਿਹੜਾ ਪਾਣੀ ਦੇ ਜਿਹੜੀ ਵਾਸ਼ਨਾ ਨਾਲ ਉਹਦੇ ਨਾਲ ਜਿਹੜਾ ਵਾ ਇਹ ਖਰਾਬ ਹੋਏ ਆ। ਅਤੇ ਜਦੋਂ ਅਸੀਂ ਉਹ ਕੰਪਲੇਂਟ ਕੀਤੀ ਸੀ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੇਨ ਆਫਿਸ 'ਚ ਸਰ ਰਜਿੰਦਰ ਸਿੰਘ ਮਹਿਤਾ ਤੇ ਡਾਕਟਰ ਰੂਪ ਸਿੰਘ ਮਨਜੀਤ ਸਿੰਘ ਹੋਣਾ, ਇਹਨਾਂ ਸਾਰਿਆਂ ਇੱਕ ਪ੍ਰੈਸ ਕਾਨਫਰੰਸ ਕਰਕੇ ਤੇ ਪ੍ਰੈਸ ਨੂੰ ਇੱਕ ਐਡਰੈਸ ਕੀਤਾ ਸੀ। ਵੀਡੀਓ ਉਹਦੀ ਸਾਰੀ ਚੈਨਲਾਂ 'ਤੇ ਚੱਲੀ, ਜਿਹਦੇ ਵਿੱਚ ਇਹ ਕਹਿੰਦੇ ਸੀ ਵੀ ਇਹ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸਰਬਜੀਤ ਸਿੰਘ ਵੇਰਕਾ ਹੈ ਜਿਹੜੇ ਝੂਠ ਬੋਲ ਰਹੇ ਆ। ਜਿਹੜਾ ਡਾਕੂਮੈਂਟ ਉਹ ਤੁਸੀਂ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਕੀ ਡਾਕੂਮੈਂਟ ਤੁਹਾਡੇ ਕੋਲ ਹੈਗਾ? ਵੇਖੋ, ਅਸੀਂ ਇਹ ਕੇਸ 'ਚ ਪਹਿਲਾਂ ਇੱਕ ਪੁਲਿਸ ਇਨਕੁਆਇਰੀ ਹੋਈ ਸੀ। ਉਹ ਪੁਲਿਸ ਇਨਕੁਆਇਰੀ ਵਿੱਚ ਵੀ ਜਿਹੜਾ ਪਰਮਦੀਪ ਸਿੰਘ ਇੰਚਾਰਜ ਪਬਲੀਕੇਸ਼ਨ ਹੈ, ਉਹਨੇ ਵੀ ਇੱਕ ਸਟੇਟਮੈਂਟ ਪੁਲਿਸ ਨੂੰ ਰਿਕਾਰਡ ਕਰਾਈ ਸੀ 2016 ਦੇ ਵਿੱਚ, ਜਿਹਦੇ ਵਿੱਚ ਉਹਨਾਂ ਕਹੇ 5 ਸਰੂਪ ਜਿਹੜੇ ਅਗਨਭੇਟ ਹੋਏ ਆ। ਅੱਜ ਸਾਡੇ ਕੋਲ ਇੱਕ ਡਾਕੂਮੈਂਟ ਆਇਆ ਵਾ, ਆਫਿਸ ਨੋਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 20/2/2020 ਦਾ। ਇਹ ਆਫਿਸ ਨੋਟ ਜਿਹੜਾ ਵਾ ਇਹ ਕਵਲਜੀਤ ਸਿੰਘ ਸਹਾਇਕ ਸੁਪਰਵਾਈਜ਼ਰ ਵੱਲੋਂ ਲਿਖਿਆ ਗਿਆ, ਰਿਪੋਰਟ ਪੇਸ਼ ਕੀਤੀ ਗਈ ਆ। ਉਹਦੇ ਉੱਤੇ ਡਾਕਟਰ ਰੂਪ ਸਿੰਘ, ਗੁਰਬਚਨ ਸਿੰਘ ਜਿਹੜੇ ਆ ਇੰਚਾਰਜ ਪਬਲੀਕੇਸ਼ਨ ਦੇ, ਮੀਤ ਸਕੱਤਰ ਤੇ ਜਿਹੜੀ ਆ ਪ੍ਰਿੰਸ ਇੰਸਪੈਕਟਰ ਜਿਹੜੇ ਆ, ਉਹਨਾਂ ਸਾਰਿਆਂ ਦੇ ਇਹਦੇ 'ਤੇ ਦਸਤਖਤ ਆ। ਇਹ ਆਫਿਸ ਨੋਟ 'ਚ ਇਹ ਜ਼ਿਕਰ ਕੀਤਾ ਗਿਆ ਵਾ ਵੀ ਜਿਹੜਾ 2016 'ਚ ਜਿਹੜਾ ਅਗਨਕਾਂਡ ਹੋਇਆ ਸੀ ਉਹਦੇ ਵਿੱਚ 80 ਦੇ ਕਰੀਬ ਸਰੂਪ ਜਿਹੜੇ ਆ ਉਹ ਪਾਣੀ ਨਾਲ ਤੇ ਅਗਨ ਨਾਲ ਜਿਹੜੇ ਆ ਉਹ ਨੁਕਸਾਨੇ ਗਏ ਸੀ। ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਜਾਂਚ ਕਰਾਈ ਗਈ ਸੀ, ਇਹ ਰਿਪੋਰਟ ਉਹਦੇ ਵਿੱਚ ਵੀ ਨਹੀਂ ਦਿੱਤੀ ਗਈ। ਸਾਨੂੰ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਤੋਂ, ਜਿਨ੍ਹਾਂ ਨੇ ਸਾਨੂੰ ਇਹ ਰਿਕਾਰਡ ਪ੍ਰੋਵਾਈਡ ਕੀਤਾ, ਉਹਨਾਂ ਨੇ ਦੱਸਿਆ ਗਿਆ ਵੀ ਇਹ ਫਾਈਲ ਜਿਹੜੀ ਬਿਲਕੁਲ ਸਾਈਡ ਤੇ ਰੱਖੀ ਗਈ ਸੀ ਤਾਂ ਜੋ ਇਹ ਇਨਕੁਆਇਰੀ ਕਮੇਟੀ ਦੇ ਵੀ ਪੇਸ਼ ਨਾ ਕੀਤੀ ਜਾ ਸਕੇ। ਜਾਂਚ ਕਮੇਟੀ ਦੇ ਵਿੱਚ ਝੂਠ ਬੋਲਿਆ ਗਿਆ, ਜਿਹੜੇ ਹੁਣ ਸਜ਼ਾਵਾਂ ਪਹਿਲਾਂ ਦਿੱਤੀਆਂ ਗਈਆਂ ਸੀ ਉਹ ਵੀ ਇਹਦਾ ਮਤਲਬ ਨਾ ਬਰਾਬਰ ਹੀ ਆ, ਫਿਰ ਜਾਂ ਇਨਸਾਫ ਕਿਸ ਤਰ੍ਹਾਂ ਮਿਲੇਗਾ ਫਿਰ ਇਸ ਤਰ੍ਹਾਂ? ਵੇਖੋ, ਇਹਨਾਂ ਨੇ ਛੋਟੇ ਅਧਿਕਾਰੀ ਜਿਹੜੇ ਆ, ਕਲਰਕ, ਸਹਾਇਕ ਸੁਪਰਵਾਈਜ਼ਰ ਜਾਂ ਮੀਤ ਸਕੱਤਰ ਲੈਵਲ ਦੇ, ਉਹਨਾਂ ਅਧਿਕਾਰੀਆਂ ਨੂੰ ਇਹ ਸਜ਼ਾ ਦਿਵਾਉਣਾ ਚਾਹੁੰਦੇ ਆ। ਜਿਹੜੇ ਵੱਡੇ ਅਧਿਕਾਰੀ ਆ, ਜਿਹੜੇ ਐਗਜ਼ੈਕਟਿਵ ਦੇ ਮੈਂਬਰ ਸੀ, ਇਹਦੇ ਤੋਂ ਉੱਤੇ ਜਿਹੜੇ ਸੀ ਅਕਾਲੀ ਲੀਡਰ ਸੀ, ਜਿਨ੍ਹਾਂ ਦੇ ਕਹਿਣ 'ਤੇ ਸਾਰਾ ਵਾਕਿਆ ਜਿਹੜਾ ਇਹਨਾਂ ਨੇ ਜਨਤਕ ਨਹੀਂ ਹੋਣ ਦਿੱਤਾ, ਉਹ ਸਾਰਿਆਂ ਨੂੰ ਇਹ ਬਚਾਉਣਾ ਚਾਹੁੰਦੇ ਆ। ਪਰ ਇਹ ਸੱਚਾਈ ਜਿਹੜੀ ਬਿਲਕੁਲ ਸਾਹਮਣੇ ਆਊਗੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ, ਇਹਦੇ ਵਿੱਚ ਕਿਸੇ ਦਾ ਵੀ ਕੋਈ ਲਿਹਾਜ਼ ਨਹੀਂ, ਭਾਵੇਂ ਮੈਂ ਹੋਵਾਂ ਜਾਂ ਕੋਈ ਵੀ ਹੋਵੇ, ਇਹਦੇ ਵਿੱਚ ਕਿਸੇ ਦਾ ਕੋਈ ਲਿਹਾਜ਼ ਨਹੀਂ ਹੋਊਗਾ, ਸਾਰਿਆਂ ਨੂੰ ਸਜ਼ਾ ਮਿਲਣੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਸਰੂਪ ਮਾਮਲੇ ਦੇ ਵਿੱਚ ਇੱਕ ਨਵਾਂ ਖੁਲਾਸਾ ਹੋਇਆ ਹੈ। ਸਾਡੇ ਨਾਲ ਹਨ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ। ਵੇਰਕਾ ਜੀ ਕੀ ਮਾਮਲਾ ਹੈ ਜਿਹੜਾ ਤੁਸੀਂ ਦੱਸਣ ਜਾ ਰਹੇ ਹੋ? ਵੇਖੋ, ਇਹ ਜਿਹੜਾ ਅੱਜ ਜਿਹੜੀ ਅਸੀਂ ਇੱਕ ਐਪਲੀਕੇਸ਼ਨ ਜਿਹੜੀ ਹੈ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਬ ਕਮੇਟੀ ਨੂੰ ਦਿੱਤੀ ਹੈ, ਕਿਉਂਕਿ ਜਿਹੜਾ ਮਈ 2016 ਦੇ ਵਿੱਚ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ 'ਚ ਜਿਹੜੀ ਅਗਨਕਾਂਡ ਹੋਇਆ ਸੀ, ਜਿਹਦੇ ਵਿੱਚ ਮਹਾਰਾਜ ਦੇ ਜਿਹੜੇ ਪਾਵਨ ਸਰੂਪ ਆ ਉਹ ਕੋਈ ਅਗਨ ਭੇਟ ਹੋਏ ਸੀ ਤੇ ਕੋਈ ਪਾਣੀ ਨਾਲ ਨੁਕਸਾਨੇ ਗਏ ਸੀ। ਉਹਦੇ ਸਬੰਧ 'ਚ ਜਿਹੜਾ ਸਾਡੇ ਕੋਲ ਕੋਈ ਐਵੀਡੈਂਸ ਆਇਆ ਵਾ, ਅਸੀਂ ਜਦੋਂ ਪਹਿਲਾਂ ਵੀ ਆਪਣੀ ਇਨਕੁਆਇਰੀ 'ਚ ਕਿਹਾ ਸੀ 80 ਸਰੂਪ ਜਿਹੜੇ ਆ ਉਹ ਨੁਕਸਾਨਦੇਹ ਹੋਏ ਆ ਅਗਨ ਲੱਗਣ ਨਾਲ ਤੇ ਜਾਂ ਜਿਹੜਾ ਪਾਣੀ ਦੇ ਜਿਹੜੀ ਵਾਸ਼ਨਾ ਨਾਲ ਉਹਦੇ ਨਾਲ ਜਿਹੜਾ ਵਾ ਇਹ ਖਰਾਬ ਹੋਏ ਆ। ਅਤੇ ਜਦੋਂ ਅਸੀਂ ਉਹ ਕੰਪਲੇਂਟ ਕੀਤੀ ਸੀ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੇਨ ਆਫਿਸ 'ਚ ਸਰ ਰਜਿੰਦਰ ਸਿੰਘ ਮਹਿਤਾ ਤੇ ਡਾਕਟਰ ਰੂਪ ਸਿੰਘ ਮਨਜੀਤ ਸਿੰਘ ਹੋਣਾ, ਇਹਨਾਂ ਸਾਰਿਆਂ ਇੱਕ ਪ੍ਰੈਸ ਕਾਨਫਰੰਸ ਕਰਕੇ ਤੇ ਪ੍ਰੈਸ ਨੂੰ ਇੱਕ ਐਡਰੈਸ ਕੀਤਾ ਸੀ। ਵੀਡੀਓ ਉਹਦੀ ਸਾਰੀ ਚੈਨਲਾਂ 'ਤੇ ਚੱਲੀ, ਜਿਹਦੇ ਵਿੱਚ ਇਹ ਕਹਿੰਦੇ ਸੀ ਵੀ ਇਹ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਦੇ ਸਰਬਜੀਤ ਸਿੰਘ ਵੇਰਕਾ ਹੈ ਜਿਹੜੇ ਝੂਠ ਬੋਲ ਰਹੇ ਆ, ਇਹ ਸੰਸਥਾ ਨੂੰ ਬਦਨਾਮ ਕਰਨਾ ਚਾਹੁੰਦੇ ਆ ਤੇ ਸਿਆਸੀ ਜਿਹੜਾ ਕਾਰਨਾਂ ਕਰਕੇ, ਸਿਆਸੀ ਸਾਜ਼ਿਸ਼ ਕਰਕੇ ਜਿਹੜਾ ਵਾ ਇਹ ਝੂਠ ਬੋਲ ਰਹੇ ਆ। ਜਦੋਂ ਕਿ ਪਾਵਨ ਸਰੂਪ ਸਿਰਫ 5 ਅਗਨਭੇਟ ਹੋਏ ਆ ਤੇ 9 ਪਾਣੀ ਨਾਲ ਨੁਕਸਾਨੇ ਗਏ ਆ। ਅਤੇ ਅਸੀਂ ਜਿਹੜਾ ਵਾ ਸਾਡੀ ਜੋ ਇਨਕੁਆਇਰੀ ਸੀ, ਪਹਿਲਾਂ ਅਸੀਂ ਕਾਫੀ ਇਹਦੇ 'ਤੇ 1.5-2 ਮਹੀਨੇ ਜਿਹੜਾ ਕੰਮ ਕੀਤਾ, ਸਾਡੀ ਇਨਕੁਆਇਰੀ ਦੇ ਵਿੱਚ ਇਹ ਆਇਆ ਵੀ 80 ਸਰੂਪ ਜਿਹੜਾ ਵਾ 2016 'ਚ 19 ਮਈ 2016 ਨੂੰ ਅਗਨਭੇਟ ਤੇ ਪਾਣੀ ਨਾਲ ਨੁਕਸਾਨੇ ਗਏ ਅਤੇ ਉਹਨਾਂ ਦੇ ਬਾਅਦ 'ਚ ਇਹਨਾਂ ਨੇ ਗੁਪਤ ਤਰੀਕੇ ਨਾਲ ਜਾ ਕੇ ਸ੍ਰੀ ਗੋਇੰਦਵਾਲ ਸਾਹਿਬ ਜਿਹੜਾ ਸੰਸਕਾਰ ਕਰਕੇ ਤੇ ਜਲ ਪ੍ਰਵਾਹ ਕਰਤੇ ਸੀ। ਚਾਹਾਂਗੇ ਕਿ ਜਿਹੜਾ ਡਾਕੂਮੈਂਟ ਉਹ ਤੁਸੀਂ ਦੱਸੋ ਸਾਡੇ ਦਰਸ਼ਕਾਂ ਨੂੰ ਕਿ ਕੀ ਡਾਕੂਮੈਂਟ ਤੁਹਾਡੇ ਕੋਲ ਹੈਗਾ? ਵੇਖੋ, ਅਸੀਂ ਇਹ ਕੇਸ 'ਚ ਪਹਿਲਾਂ ਇੱਕ ਪੁਲਿਸ ਇਨਕੁਆਇਰੀ ਹੋਈ ਸੀ। ਉਹ ਪੁਲਿਸ ਇਨਕੁਆਇਰੀ ਵਿੱਚ ਵੀ ਜਿਹੜਾ ਪਰਮਦੀਪ ਸਿੰਘ ਇੰਚਾਰਜ ਪਬਲੀਕੇਸ਼ਨ ਹੈ, ਉਹਨੇ ਵੀ ਇੱਕ ਸਟੇਟਮੈਂਟ ਪੁਲਿਸ ਨੂੰ ਰਿਕਾਰਡ ਕਰਾਈ ਸੀ 2016 ਦੇ ਵਿੱਚ, ਜਿਹਦੇ ਵਿੱਚ ਉਹਨਾਂ ਕਹੇ 5 ਸਰੂਪ ਜਿਹੜੇ ਅਗਨਭੇਟ ਹੋਏ ਆ। ਅੱਜ ਸਾਡੇ ਕੋਲ ਇੱਕ ਡਾਕੂਮੈਂਟ ਆਇਆ ਵਾ, ਆਫਿਸ ਨੋਟ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 20/2/2020 ਦਾ।
ਇਹ ਆਫਸ ਨੋਟ ਜਿਹੜਾ ਵਾ ਇਹ ਕਵਲਜੀਤ ਸਿੰਘ ਸਹਾਇਕ ਸੁਪਰਵਾਈਜ਼ਰ ਵੱਲੋਂ ਲਿਖਿਆ ਗਿਆ, ਰਿਪੋਰਟ ਪੇਸ਼ ਕੀਤੀ ਗਈ ਆ। ਉਹਦੇ ਉੱਤੇ ਡਾਕਟਰ ਰੂਪ ਸਿੰਘ, ਗੁਰਬਚਨ ਸਿੰਘ ਜਿਹੜੇ ਆ ਇੰਚਾਰਜ ਪਬਲੀਕੇਸ਼ਨ ਦੇ, ਮੀਤ ਸਕੱਤਰ ਤੇ ਜਿਹੜੀ ਆ ਪ੍ਰਿੰਸ ਇੰਸਪੈਕਟਰ ਜਿਹੜੇ ਆ, ਉਹਨਾਂ ਸਾਰਿਆਂ ਦੇ ਇਹਦੇ ਤੇ ਦਸਤਖਤ ਆ। ਇਹ ਆਫਸ ਨੋਟ 'ਚ ਇਹ ਜ਼ਿਕਰ ਕੀਤਾ ਗਿਆ ਵਾ ਵੀ ਜਿਹੜਾ 2016 'ਚ ਜਿਹੜਾ ਅਗਨ ਕਾਂਡ ਹੋਇਆ ਸੀ ਉਹਦੇ ਵਿੱਚ 80 ਦੇ ਕਰੀਬ ਸਰੂਪ ਜਿਹੜੇ ਆ ਉਹ ਪਾਣੀ ਨਾਲ ਤੇ ਅਗਨ ਨਾਲ ਜਿਹੜੇ ਆ ਉਹ ਨੁਕਸਾਨੇ ਗਏ ਸੀ। 4 ਜਿਹੜੇ ਪਲੰਗ ਪੀੜਾ ਸਾਹਿਬ ਜੀ ਦੇ ਤੇ ਉਹ ਮਹਾਰਾਜ ਦੇ ਸਰੂਪ ਪਏ ਸੀ, ਉਹ ਵੀ ਉਹਦੇ ਵਿੱਚ ਉਹਨਾਂ ਦੇ ਅੱਗ ਕਰਕੇ ਖਰਾਬ ਹੋ ਗਏ ਸੀ। ਫਿਰ 2 ਚਦੋਆ ਸਾਹਿਬ, 4 ਰਮਾਲਾ ਸਾਹਿਬ, 4 ਚਾਦਰਾਂ ਤੇ ਨਾਲ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਪਰਦੇ 2 ਆ ਵੀ ਉਹ ਜਿਹੜੇ ਆ ਬਿਲਕੁਲ ਨੁਕਸਾਨੇ ਗਏ ਤੇ ਇਹਨਾਂ ਨੂੰ ਉਹਨਾਂ ਨੇ ਖਰਚ ਖਾਤੇ ਪਾਉਣ ਲਈ ਵੀ ਇਹਨਾਂ ਨੂੰ ਆਪਾਂ ਜਿਹੜਾ ਵਾ ਇਹ ਕਰਨਾ ਵਾ, ਤੇ ਖਰਚ ਖਾਤੇ ਜਿਹੜਾ ਪਾਉਣ ਲਈ ਜਿਹੜਾ ਵਾ ਇੱਕ ਰਿਪੋਰਟ ਤਿਆਰ ਕਰਕੇ ਦਿੱਤੀ ਗਈ। ਇਹ 20 ਫਰਵਰੀ 2020 ਨੂੰ ਇਹਨਾਂ ਨੇ ਜਿਹੜਾ ਆਫਸ ਨੋਟ ਤਿਆਰ ਕੀਤਾ। ਇਹ ਜਿਹੜੀ ਫਾਈਲ ਹੀ ਆਫਸ ਨੋਟ ਵਾਲੀ, ਇਹਨੂੰ ਫਾਈਲ ਨੂੰ ਬੜੇ ਇਹਨਾਂ ਨੇ ਸਾਜ਼ਿਸ਼ ਤਹਿਤ ਤੇ ਸੱਚ ਨੂੰ ਲੁਕਾਉਣ ਲਈ ਜਿਹੜਾ ਵਾ ਇਹਨਾਂ ਨੇ ਸਾਈਡ ਤੇ ਰੱਖਿਆ ਸੀ। 4 ਸਾਲ ਇਹ ਜਿਹੜਾ ਵਾ ਇਹ ਕੇਸ ਨੂੰ ਦਬਾ ਕੇ ਰੱਖਿਆ ਇਹਨਾਂ ਨੇ, ਕਿਉਂਕਿ 2016 ਦਾ ਇਹ ਵਾਕਿਆ 17 ਨੂੰ ਵਿਧਾਨ ਸਭਾ ਦੀ ਚੋਣਾਂ ਸੀ। ਇਹ ਇਹਨਾਂ ਨੂੰ ਉੱਪਰੋਂ ਇੰਸਟਰਕਸ਼ਨ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਵੱਲੋਂ ਵੀ ਇਹ ਗੱਲ ਜਿਹੜੀ ਬਾਹਰ ਨਹੀਂ ਨਿਕਲ ਦੇਣੀ ਚਾਹੀਦੀ, ਤੇ ਇਹਨਾਂ ਨੇ ਬਾਹਰ ਨਹੀਂ ਨਿਕਲ ਦਿੱਤੀ। ਜਦੋਂ ਕਿ ਇਹਨਾਂ ਨੇ ਸਬ ਕਮੇਟੀ ਵੀ ਉਦੋਂ 19/5/2016 ਨੂੰ ਹੀ ਸਬ ਕਮੇਟੀ ਦਾ ਗਠਨ ਕੀਤਾ। ਇਹ ਸਰ ਰਘੂਜੀਤ ਸਿੰਘ ਵਿਰਕ ਜਿਹੜੇ ਸੀ ਉਹਨਾਂ ਦੇ ਅਧੀਨ, ਜਿਹਦੇ ਸਰ ਰਜਿੰਦਰ ਸਿੰਘ ਮਹਿਤਾ ਵੀ ਮੈਂਬਰ ਸੀ, ਸੁਖਦੇਵ ਸਿੰਘ ਭੌਰ ਜੀ ਤੇ ਸਰ ਕੇਵਲ ਸਿੰਘ ਬਾਦਲ ਜਿਹੜੇ ਆ ਇਹ ਵੀ ਮੈਂਬਰ ਸੀ, ਡਾਕਟਰ ਰੂਪ ਸਿੰਘ ਵੀ ਮੈਂਬਰ ਸੀ। ਪਰ ਹੈਰਾਨੀ ਦੀ ਗੱਲ ਆ ਵੀ ਇਹ ਸ਼੍ਰੋਮਣੀ ਕਮੇਟੀ ਦੀ ਸੰਸਥਾ ਤੇ ਇਹ ਜਿਹੜੇ ਲੋਕ ਬੈਠੇ ਆ ਵੀ ਇਹਨਾਂ ਨੇ 4 ਸਾਲ ਕਿਵੇਂ ਇਹਨਾਂ ਦੇ ਡਾਕੂਮੈਂਟ ਨੇ ਸ਼ੋਅ ਕਰਦਾ ਵੀ ਕਿਵੇਂ ਇਹ ਝੂਠ ਬੋਲਦੇ ਆ, ਕਿਵੇਂ ਇਹ ਤੱਥਾਂ ਨੂੰ ਲੁਕਾਉਂਦੇ ਆ ਤੇ ਕਿਵੇਂ ਗਲਤ ਬਿਆਨੀ ਕਰਦੇ ਆ। ਇਹਨਾਂ ਨੇ ਸਿੱਖ ਕੌਮ ਨੂੰ ਇਸ ਜਿਹੜਾ ਵੱਡੇ ਜਿਹੜਾ ਘਟਨਾ ਹੋਈ ਹੈ ਇਹਦੇ ਸੰਬੰਧ 'ਚ ਮੂਰਖ ਬਣਾ ਕੇ ਰੱਖਿਆ 4 ਸਾਲ। ਫਿਰ ਇਹਨਾਂ ਨੂੰ ਇੰਨੀ ਇਹ ਬਸ਼ਰਮ ਬੰਦੇ ਆ ਵੀ ਇਹਨਾਂ ਨੇ ਇਹ ਡਾਕੂਮੈਂਟ ਦੱਸਦਾ ਵਾ ਵੀ ਇਹ ਕਿੱਡੇ ਬਸ਼ਰਮ ਆ, ਅੰਮ੍ਰਿਤਧਾਰੀ ਸਿੱਖ ਹੋ ਕੇ ਤੇ ਕਿੱਡਾ ਵੱਡਾ ਝੂਠ, ਉਹ ਵੀ ਸਿੱਖਾਂ ਦੀ ਸਰਵਉੱਚ ਸੰਸਥਾ ਦੇ ਮੁੱਖ ਦਫ਼ਤਰ 'ਚ ਬਹਿ ਕੇ ਝੂਠ ਬੋਲਦੇ ਆ। ਇਹਨਾਂ ਬੰਦਿਆਂ ਨੂੰ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਅਯੋਗ ਕਰਾਰ ਦੇਣ, ਇਹਨਾਂ ਨੂੰ ਫੌਰਨ ਤੌਰ 'ਤੇ ਇਹਨਾਂ ਦੇ ਪਾਬੰਦੀ ਲਾਉਣ ਵੀ ਇਹੋ ਜਿਹੀ ਸੰਸਥਾ ਦੇ ਵਿੱਚ ਇਹਨਾਂ ਦਾ ਕੋਈ ਕੰਮ ਨਹੀਂ ਗਾ। ਉਦੋਂ ਵੀ ਕਮੇਟੀ ਬਣੀ ਸੀ ਪਰ ਕਮੇਟੀ ਵੱਲੋਂ ਗਲਤ ਰਿਪੋਰਟ ਦਿੱਤੀ ਗਈ। ਫਿਰ ਵੇਖੋ ਇਹ ਸਿਆਸੀ ਕਾਰਨ ਕਰਕੇ ਹੁਣ ਇਹਨਾਂ ਨੂੰ ਐਕਸਪਲੇਨ ਕਰਨਾ ਚਾਹੀਦਾ ਵਾ ਵੀ ਇਹਨਾਂ ਨੇ ਉਦੋਂ ਜਦੋਂ ਇਹਨਾਂ ਨੂੰ ਪਤਾ ਸੀ ਵੀ 80 ਸਰੂਪ ਅਗਨ ਭੇਟ ਹੋਇਆ, ਇਹਨਾਂ ਨੇ ਇਹ ਗੱਲ ਉਦੋਂ ਕਿਉਂ ਲੁਕੋਈ, ਫਿਰ 4 ਸਾਲ ਕਿਉਂ ਲੁਕੋਈ, ਜਦੋਂ ਗੱਲ ਬਾਹਰ ਨਿਕਲੀ ਫਿਰ ਇਹਨਾਂ ਨੇ ਕਿਉਂ ਝੂਠ ਬੋਲਿਆ। ਈਵਨ ਕਿ ਇਨਕੁਆਇਰੀ ਕਮੇਟੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਨਕੁਆਇਰੀ ਕਮੇਟੀ ਬਣਾਈ ਗਈ ਆ, ਉਹਦੇ ਵਿੱਚ ਵੀ ਇਹਨਾਂ ਗਲਤ ਜਾਣਕਾਰੀ ਪੇਸ਼ ਕੀਤੀ। ਈਵਨ ਕਿ ਇਹ ਫਾਈਲ ਜਿਹੜੀ ਇਹਨਾਂ ਇਨਕੁਆਇਰੀ ਦੇ ਵਿੱਚ ਵੀ ਪੇਸ਼ ਨਹੀਂ ਕੀਤੀ। ਇਹ ਹੁਣ ਜਿਹੜੀ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਜਾਂਚ ਕਰਾਈ ਗਈ ਸੀ ਇਹ ਰਿਪੋਰਟ ਉਹਦੇ ਵਿੱਚ ਵੀ ਨਹੀਂ ਦਿੱਤੀ ਗਈ। ਸਾਨੂੰ ਜਾਣਕਾਰੀ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੋਂ ਜਿਨ੍ਹਾਂ ਨੇ ਸਾਨੂੰ ਇਹ ਰਿਕਾਰਡ ਪ੍ਰੋਵਾਈਡ ਕੀਤਾ, ਉਹਨਾਂ ਨੇ ਦੱਸਿਆ ਗਿਆ ਵੀ ਇਹ ਫਾਈਲ ਜਿਹੜੀ ਬਿਲਕੁਲ ਸਾਈਡ ਤੇ ਰੱਖੀ ਗਈ ਸੀ ਤਾਂ ਜੋ ਇਹ ਇਨਕੁਆਇਰੀ ਕਮੇਟੀ ਦੇ ਵੀ ਪੇਸ਼ ਨਾ ਕੀਤੀ ਜਾ ਸਕੇ। ਇਹਦਾ ਮਤਲਬ ਕਿ ਜਾਂਚ ਕਮੇਟੀ ਦੇ ਵਿੱਚ ਝੂਠ ਬੋਲਿਆ ਗਿਆ, ਜਿਹੜੇ ਹੁਣ ਸਜ਼ਾਵਾਂ ਪਹਿਲਾਂ ਦਿੱਤੀਆਂ ਗਈਆਂ ਸੀ ਉਹ ਵੀ ਇਹਦਾ ਮਤਲਬ ਨਾ ਬਰਾਬਰ ਹੀ ਆ, ਫਿਰ ਜਾਂ ਇਨਸਾਫ ਕਿਸ ਤਰ੍ਹਾਂ ਮਿਲੇਗਾ ਫਿਰ ਇਸ ਤਰ੍ਹਾਂ? ਵੇਖੋ ਇਹਨਾਂ ਨੇ ਛੋਟੇ ਅਧਿਕਾਰੀ ਜਿਹੜੇ ਆ ਕਲਰਕ, ਸਹਾਇਕ ਸੁਪਰਵਾਈਜ਼ਰ ਜਾਂ ਮੀਤ ਸਕੱਤਰ ਲੈਵਲ ਦੇ, ਉਹਨਾਂ ਅਧਿਕਾਰੀਆਂ ਨੂੰ ਇਹ ਸਜ਼ਾ ਦਿਵਾਉਣਾ ਚਾਹੁੰਦੇ ਆ। ਜਿਹੜੇ ਵੱਡੇ ਅਧਿਕਾਰੀ ਆ, ਜਿਹੜੇ ਐਗਜ਼ੈਕਟਿਵ ਦੇ ਮੈਂਬਰ ਸੀ, ਇਹਦੇ ਤੋਂ ਉੱਤੇ ਜਿਹੜੇ ਹੀ ਅਕਾਲੀ ਲੀਡਰ ਸੀ, ਜਿਨ੍ਹਾਂ ਦੇ ਕਹਿਣ 'ਤੇ ਸਾਰਾ ਵਾਕਿਆ ਜਿਹੜਾ ਇਹਨਾਂ ਨੇ ਜਨਤਕ ਨਹੀਂ ਹੋਣ ਦਿੱਤਾ, ਉਹ ਸਾਰਿਆਂ ਨੂੰ ਇਹ ਬਚਾਉਣਾ ਚਾਹੁੰਦੇ ਆ। ਪਰ ਇਹ ਸੱਚਾਈ ਜਿਹੜੀ ਬਿਲਕੁਲ ਸਾਹਮਣੇ ਆਊਗੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਮਸਲਾ, ਇਹਦੇ ਵਿੱਚ ਕਿਸੇ ਦਾ ਵੀ ਕੋਈ ਲਿਹਾਜ਼ ਨਹੀਂ, ਭਾਵੇਂ ਮੈਂ ਹੋਵਾਂ ਜਾਂ ਕੋਈ ਵੀ ਹੋਵੇ, ਇਹਦੇ ਵਿੱਚ ਕਿਸੇ ਦਾ ਕੋਈ ਲਿਹਾਜ਼ ਨਹੀਂ ਹੋਊਗਾ, ਸਾਰਿਆਂ ਨੂੰ ਸਜ਼ਾ ਮਿਲਣਗੀ। 27 ਜੂਨ ਨੂੰ ਐਸਜੀਪੀਸੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਜਿਹਦੇ ਵਿੱਚ ਕਿਹਾ ਜਾਂਦਾ ਹੈ ਕਿ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ, ਜਦਕਿ ਫਰਵਰੀ 2020 ਦੇ ਵਿੱਚ ਹੀ ਇਹ ਉਹਨਾਂ ਵੱਲੋਂ ਆਪਣੀ ਜੋ ਰਿਪੋਰਟ ਆਪਣੇ ਦਫ਼ਤਰ ਵਿੱਚ ਰੱਖੀ ਗਈ ਸੀ। ਵੇਖੋ ਇਹ ਤੇ ਡਾਕਟਰ ਰੂਪ ਸਿੰਘ ਜਿਹੜੇ ਜਿਨ੍ਹਾਂ ਦੇ ਉੱਤੇ ਦਸਤਖਤ ਆ, ਇਹ ਉਹ ਪ੍ਰੈਸ ਕਾਨਫਰੰਸ 27 ਜੂਨ ਵਾਲੀ ਜਿਹੜੀ 27 ਜੂਨ 2020 ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਡਾਕਟਰ ਰੂਪ ਸਿੰਘ ਜਿਹੜੇ ਉਹ ਬੈਠੇ ਆ ਤੇ ਸਰ ਰਜਿੰਦਰ ਸਿੰਘ ਮਹਿਤਾ ਜਿਹੜੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਉਹ ਬਹਿ ਕੇ ਪ੍ਰੈਸ ਕਾਨਫਰੰਸ ਕਰਦੇ ਆ, ਜਦੋਂ ਕਿ ਉਹਦੇ ਤੋਂ ਪਹਿਲਾਂ ਇਹਨਾਂ ਕੋਲ 4 ਮਹੀਨੇ ਪਹਿਲਾਂ ਇਹਨਾਂ ਦੇ ਕੋਲ ਰਿਪੋਰਟ ਜਿਹੜੀ ਹੈ ਇਹ ਇਹਨਾਂ ਨੇ ਬਣਾ ਕੇ 80 ਸਰੂਪਾਂ ਦੇ ਬਾਰੇ ਕੀਤਾ। ਉਹਦੇ ਬਾਵਜੂਦ ਇਹ ਲੋਕ ਝੂਠ ਬੋਲ ਰਹੇ ਆ, ਇਹ ਸੰਸਥਾ ਦਾ ਨਾਮ ਬਦਨਾਮ ਕਰ ਰਹੇ ਆ। ਇਹ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਵੀ ਅਸੀਂ ਬਦਨਾਮ ਕਰਨਾ ਚਾਹੁੰਦੇ ਸੰਸਥਾ ਨੂੰ। ਅਸੀਂ ਇਹ ਸਾਬਤ ਕਰਤਾ ਸਬੂਤਾਂ ਦੇ ਨਾਲ ਵੀ ਇਹ ਲੋਕ ਇੱਥੇ ਬਹਿਣ ਦੇ ਕਾਬਿਲ ਨਹੀਂ ਹੈਗੇ। ਡਾਕਟਰ ਰੂਪ ਸਿੰਘ ਤਾਂ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਤੇ ਉਹਨਾਂ ਵੱਲੋਂ ਜੋ ਕੱਲ੍ਹ ਜੋ ਪਰਸੋਂ ਜੋ ਕੁਆਰੰਟਾਈਨ ਟਾਈਮ ਉਹਨਾਂ ਦਾ ਖਤਮ ਹੋਏਗਾ ਤਾਂ ਮੀਡੀਆ ਸਾਹਮਣੇ ਆ ਕੇ ਸੱਚ ਦੱਸਣਗੇ। ਤਾਂ ਕੀ ਉਹ ਦੱਸਣਗੇ ਕਿ ਇਸ ਤਰ੍ਹਾਂ ਹੁਣ 4 ਮਹੀਨੇ ਪਹਿਲਾਂ ਉਹ ਸਾਈਨ ਕਰ ਚੁੱਕੇ ਸਨ ਉਸ ਰਿਪੋਰਟ ਤੇ ਫਿਰ ਫਰਵਰੀ ਮਹੀਨੇ ਸਾਈਨ ਕਰ ਚੁੱਕੇ ਸਨ, ਤੇ ਹੁਣ ਕਿਸ ਤਰ੍ਹਾਂ ਦੱਸਣਗੇ ਉਹ? ਦੇਖੋ ਡਾਕਟਰ ਰੂਪ ਸਿੰਘ ਨੂੰ ਚਾਹੀਦਾ ਵੀ ਹੁਣ ਸੱਚ ਜਿਹੜਾ ਨਾ ਇਹ ਹੁਣ ਤੇ ਉਹਨਾਂ ਨੂੰ ਦੱਸਣ ਵਾਲਾ ਤੇ ਕੁਝ ਰਹਿ ਨਹੀਂ ਗਿਆ। ਉਹਨਾਂ ਨੂੰ ਚਾਹੀਦਾ ਵੀ ਜੋ ਸੱਚ ਕਿਹਦੇ ਕਹਿਣ 'ਤੇ ਉਹ ਗਲਤ ਕੰਮ ਕਰਦੇ ਰਹੇ ਆ, ਕਿੱਥੇ ਕਿਤੇ ਮਹਾਰਾਜ ਦੇ ਸਰੂਪ ਉਹ ਭੇਜਦੇ ਰਹੇ ਆ, ਤੇ ਕਿਵੇਂ ਉਹਨਾਂ ਨੇ ਜਿਹੜੀ ਇਹ ਗੱਲ 4 ਸਾਲ ਜਿਹੜੀ ਇਹ ਲੁਕਾਈ ਹੈ। ਇਹ ਸਾਰੀਆਂ ਚੀਜ਼ਾਂ ਡਾਕਟਰ ਰੂਪ ਸਿੰਘ ਨੂੰ ਚਾਹੀਦਾ ਵੀ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਤੇ ਬਿਲਕੁਲ ਜੇ ਉਹਨਾਂ ਦੇ ਮਨ 'ਚ
1% ਵੀ ਜਿਹੜੀ ਹੈ ਗੁਰੂ ਸਾਹਿਬ ਲਈ, ਗੁਰੂ ਗ੍ਰੰਥ ਸਾਹਿਬ ਲਈ ਸਤਿਕਾਰ ਹੈਗਾ ਵਾ, ਤੇ ਉਹਨਾਂ ਨੂੰ ਬਿਲਕੁਲ ਸੱਚ ਦੇ ਸਾਹਮਣੇ ਆ ਜਾਣਾ ਚਾਹੀਦਾ। ਕੋਈ ਪਰਵਾਹ ਨਹੀਂ ਕਰਨੀ ਚਾਹੀਦੀ ਵੀ ਉੱਪਰ ਕੌਣ ਆ, ਮਹਿਤਾ ਵਾ, ਸੁਖਬੀਰ ਬਾਦਲ ਆ ਜਾਂ ਕੈਪਟਨ ਅਮਰਿੰਦਰ ਆ, ਕੋਈ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ, ਬਿਲਕੁਲ ਸੱਚ ਤੇ ਖੜ ਜਾਣਾ ਚਾਹੀਦਾ। ਅਦਰਵਾਈਜ਼ ਇਹ ਗੁਰੂ ਗ੍ਰੰਥ ਸਾਹਿਬ ਦਾ ਮਤਲਬ ਇਹ ਕੁੱਲ ਦਾ ਨਾਸ ਹੋਊਗਾ। ਜਿਹੜੇ ਬੰਦੇ ਵੀ ਇਸ ਕੇਸ ਦੇ ਵਿੱਚ ਜਿਹੜਾ ਵਾ ਕੋਈ ਵੀ ਗਲਤ ਕੰਮ ਕਰਨਗੇ, ਉਹਨਾਂ ਨੂੰ ਗੁਰੂ ਮਹਾਰਾਜ ਜਿਹੜੇ ਆ, ਇਹ ਅੱਗੇ ਵੀ ਸਾਰਾ ਗੁਰੂ ਮਹਾਰਾਜ ਕਰਕੇ ਅਸੀਂ ਨਹੀਂ ਕਰਨ ਦੇ, ਇਹ ਸਾਰਾ ਪਰਮਾਤਮਾ ਨੇ ਜਿਹਦੇ ਸਿਰ ਤੇ ਹੱਥ ਰੱਖਿਆ ਉਹਨੇ ਕਰਨਾ ਵਾ। ਤੇ ਇਹਦੇ ਵਿੱਚ ਸਬੂਤ ਵੀ ਜਿਹੜੇ ਸਾਰੇ ਇਸੇ ਕਰਕੇ ਹੀ ਆ ਰਹੇ ਆ, ਸੱਚਾਈ ਕਰਕੇ। ਤੇ ਇਹਨਾਂ ਨੂੰ ਬਿਲਕੁਲ ਜਿਹੜਾ ਇਸ ਗੱਲ ਤੇ ਇਹਨਾਂ ਨੂੰ ਅਧਿਕਾਰੀਆਂ ਨੂੰ ਚਾਹੀਦਾ, ਇਹ ਕਿਸੇ ਨੂੰ ਬਚਾਉਣ ਨਾ, ਬਿਲਕੁਲ ਸੱਚ ਤੇ ਆ ਰਹੇ। ਇਹਨਾਂ ਕੋਲ ਜਿਹੜੀਆਂ ਗਲਤੀਆਂ ਹੋ ਗਈਆਂ ਵੀ ਇਹਨਾਂ ਨੂੰ ਜਿਹੜੀਆਂ ਮੰਨਣੀਆਂ ਚਾਹੀਦੀਆਂ ਵੀ ਇਹ ਗੁਰੂ ਗ੍ਰੰਥ ਸਾਹਿਬ ਦੀ ਗੱਲ ਹੈ, ਇਹਨਾਂ ਨੂੰ ਬਿਲਕੁਲ ਕੋਣੀਆਂ ਨਹੀਂ ਚਾਹੀਦੀਆਂ। ਅਕਾਲ ਤਖਤ ਸਾਹਿਬ ਨੂੰ ਇਹ ਜਾਂਚ ਦੁਬਾਰਾ ਕਰਾਉਣੀ ਚਾਹੀਦੀ ਜਿਸ ਤਰ੍ਹਾਂ ਡਾਕੂਮੈਂਟ ਸਾਹਮਣੇ ਆਏ ਨੇ। ਵੇਖੋ ਅਸੀਂ ਤਾਂ ਕਹਿੰਦੇ ਹਾਂ ਜਾਂਚ ਦੀ ਕੋਈ ਲੋੜ ਨਹੀਂ, ਇਹ ਤਾਂ ਸਿੱਧਾ ਇਸ ਡਾਕੂਮੈਂਟ ਤੇ FIR ਦਰਜ ਕਰਾਉਣ। ਜਿਹੜੇ ਪਹਿਲਾਂ ਨਾਂ ਆਏ ਉਹਦੇ ਅਲੱਗਾ ਜਿਹੜੀ ਅੰਤਰਿਮ ਕਮੇਟੀ ਦੇ ਇਹ ਜਿਹੜੇ ਹੋਰ ਅਧਿਕਾਰੀ ਆ ਉਹਨਾਂ ਦੇ ਨਾਂ ਜਿਹੜੇ ਸ਼੍ਰੋਮਣੀ ਕਮੇਟੀ ਭੇਜੇ ਪੁਲਿਸ ਨੂੰ, FIR ਦਰਜ ਕਰਕੇ ਇਹਨਾਂ ਦੀ ਇੰਟਰੋਗੇਸ਼ਨ ਹੋਣੀ ਚਾਹੀਦੀ ਹੈ। ਇਹਨਾਂ ਨੂੰ ਹੁਣ ਜਾਂਚ ਨਹੀਂ, ਜਾਂਚ 'ਚ ਇਹਨਾਂ ਨੇ ਝੂਠ ਬੋਲਿਆ, ਹੁਣ ਇੰਟਰੋਗੇਸ਼ਨ ਹੋ ਕੇ ਇਹਨਾਂ ਨੂੰ ਪੁਲਿਸ ਨੂੰ ਅਰੈਸਟ ਕਰਕੇ ਇਹਨਾਂ ਦੀ ਇੰਟਰੋਗੇਸ਼ਨ ਹੋਣੀ ਚਾਹੀਦੀ ਹੈ ਤਾਂ ਜੋ ਇਹ ਸੱਚ ਸਾਹਮਣੇ ਆ ਸਕੇ। 2016 ਦੇ ਵਿੱਚ ਜੋ ਘਟਨਾ ਹੁੰਦੀ ਹੈ ਕਿ ਇਸੇ ਕਰਕੇ ਕਿ 2017 ਦੇ ਵਿੱਚ ਇਲੈਕਸ਼ਨ ਸੀ, ਉਸ ਤੋਂ ਪਹਿਲਾਂ ਵੀ ਬੁਰਜ ਜਵਾਹਰ ਸਿੰਘ ਵਾਲਾ ਜੋ ਘਟਨਾਕ੍ਰਮ ਹੋ ਚੁੱਕਾ ਸੀ, ਇਸੇ ਕਰਕੇ ਕਿ ਹੋਰ ਜੋ ਫਜ਼ੀਹਤ ਨਾ ਹੋਵੇ ਜਾਂ ਹੋਰ ਪੋਲੀਟੀਕਲ ਰਾਜਨੀਤਿਕ ਨੁਕਸਾਨ ਨਾ ਹੋਏ, ਇਸ ਕਰਕੇ ਰਿਪੋਰਟ ਦੱਬੀ ਗਈ। ਫਿਰ ਵੇਖੋ ਅਸੀਂ ਤਾਂ ਪਹਿਲਾਂ ਜਿਹੜੀ 26 ਜੂਨ 2020 ਦੀ ਜਿਹੜੀ ਸਾਡੀ ਕੰਪਲੇਂਟ ਆ, ਅਸੀਂ ਉਹਦੇ ਵਿੱਚ ਇਹ ਲਿਖਿਆ ਵਾ, ਕਿਉਂਕਿ ਅਸੀਂ ਜਿਹੜੀ ਇਨਕੁਆਇਰੀ ਕੀਤੀ ਸੀ ਉਹਦੇ ਵਿੱਚ ਸਾਰੇ ਤੱਥ ਜਿਹੜੇ ਆ ਸਾਰੀਆਂ ਲੋਕਾਂ ਨੂੰ ਇੰਟਰਵਿਊ ਕਰਕੇ ਜਿਨ੍ਹਾਂ ਤੇ ਜਾਣਕਾਰੀ ਸੀ, ਇਹੋ ਗੱਲ ਸਾਹਮਣੇ ਆਈ ਵੀ ਇਹਨਾਂ ਨੇ ਇਹ ਜਿਹੜਾ ਘਟਨਾ ਸੀ ਉਹਨੂੰ ਇਸ ਕਰਕੇ ਲੁਕੋਇਆ ਸੀ ਵੀ ਜੇ 80 ਸਰੂਪਾਂ ਦੇ ਅਗਨ ਭੇਂਟ ਹੋਣ ਬਾਰੇ ਜੇ ਤੱਥ ਸਾਹਮਣੇ ਆਉਂਦੇ ਆ ਤੇ ਸੰਗਤ ਬਹੁਤ ਜ਼ਿਆਦਾ ਜਿਹੜੀ ਆ ਉਹ ਗੁੱਸੇ 'ਚ ਆ ਜਾਊਗੀ, ਤੇ ਉਹਦੇ ਰੋਸ ਦੇ ਨਾਲ ਅਕਾਲੀ ਦਲ ਦੀ ਜਿਹੜੀ ਆ ਸਿੱਖ ਵੋਟ ਜਿਹੜੀ ਉਹ ਸਾਰੀ ਇਹਨਾਂ ਤੋਂ ਦੂਰ ਹੋ ਜੂਗੀ। ਇਹ ਇੱਕ ਸਾਜ਼ਿਸ਼ ਕੀਤੀ ਗਈ, ਇੱਕ ਕੌਨਸਪੀਰੇਸੀ ਦੇ ਤਹਿਤ ਇਹ ਸਾਰੇ ਨੂੰ ਲੁਕਾਇਆ ਗਿਆ ਸੀ। ਪੁਲਿਸ ਨੂੰ ਵੀ ਗਲਤ ਜਾਣਕਾਰੀ ਦਿੱਤੀ, ਸ਼੍ਰੋਮਣੀ ਕਮੇਟੀ ਨੇ ਆਪਣੇ ਅੰਦਰੋਂ ਵੀ ਨਿਕਲ ਨਹੀਂ ਦਿੱਤੀਆਂ, ਈਵਨ ਕਿ ਇਹਨਾਂ ਅਖੰਡ ਪਾਠ ਸਾਹਿਬ ਕਰਾ ਕੇ ਪਛਤਾਪ ਨਹੀਂ ਕੀਤੇ, ਭੁੱਲਾਂ ਨਹੀਂ ਬਖਸ਼ਾਈਆਂ। ਫਿਰ ਇਹਨਾਂ ਨੇ 4 ਸਾਲ ਰਿਕਾਰਡ ਦੇ ਵਿੱਚ ਕੋਈ ਐਂਟਰੀ ਨਹੀਂ ਕੀਤੀ, ਤੇ 20 ਫਰਵਰੀ 2020 ਨੂੰ ਜਾ ਕੇ ਇਹਨਾਂ ਨੇ ਇੱਕ ਫਾਈਲ ਤਿਆਰ ਕੀਤੀ ਜਿਹਦੇ ਵਿੱਚ ਸਾਰਾ ਲਿਖਿਆ ਵੀ ਕਿੰਨਾ ਨੁਕਸਾਨ ਹੋਇਆ ਵਾ, ਤੇ ਉਹਦੇ ਤੇ ਸਾਰੇ ਅਧਿਕਾਰੀਆਂ ਨੇ ਉਹਨੂੰ ਐਂਡੋਰਸ ਕੀਤਾ, ਇਹ ਮੰਨਿਆ ਵੀ ਇਹ ਸਾਰਾ ਕੁਝ ਹੋਇਆ ਵਾ। ਪਰ ਉਹਦੇ ਬਾਵਜੂਦ ਜਦੋਂ ਇਨਕੁਆਇਰੀ ਹੋਈ ਹੈ ਤੇ ਇਹ ਫਾਈਲ ਨੂੰ ਇਹਨਾਂ ਨੇ ਉੱਥੇ ਇਨਕੁਆਇਰੀ ਦੇ ਵਿੱਚ ਪੇਸ਼ ਨਹੀਂ ਕੀਤਾ। ਇਹਨਾਂ ਨੇ ਇਹ ਸਾਬਤ ਕਰਤਾ ਵੀ ਜਿਹੜੀ ਇਨਕੁਆਇਰੀ ਸੀ ਈਵਨ ਅਕਾਲ ਤਖਤ ਸਾਹਿਬ ਵੱਲੋਂ ਕੀਤੀ, ਉਹਦੀ ਵੀ ਰਿਸਪੈਕਟ ਨਹੀਂ ਕਰਦੇ ਰਹੇ। ਕਿਸ ਤਰ੍ਹਾਂ ਦੀ ਇਹਨਾਂ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ, ਜਿਸ ਤਰ੍ਹਾਂ ਦਾ ਪਹਿਲਾਂ ਸਰੂਪ ਜਿਹੜੇ ਸੀ ਉਹ ਦੱਸੇ ਨਹੀਂ ਗਏ ਕਿ ਕਿੱਥੇ ਹਨ ਲਾਪਤਾ ਜਿਹੜੇ ਸਰੂਪ, ਅਜੇ ਤੱਕ ਨਹੀਂ ਪਤਾ ਲੱਗਿਆ ਕਿ ਲਾਪਤਾ ਸਰੂਪ ਕਿੱਥੇ ਹਨ। ਫਿਰ ਉਹ ਜੋ ਇਹਨਾਂ ਵੱਲੋਂ ਪਹਿਲਾਂ ਸਟੇਟਮੈਂਟ ਦਿੱਤੀਆਂ ਗਈਆਂ ਕਿ 5 ਸਰੂਪ ਪਾਣੀ ਨਾਲ ਖਰਾਬ ਹੋਏ ਸਨ, ਜਦ ਕਿ 4 ਮਹੀਨੇ ਪਹਿਲਾਂ ਹੀ ਆਪਣੀ ਜੋ ਦਫ਼ਤਰੀ ਕਾਰਵਾਈ ਉਹਦੇ ਵਿੱਚ ਲਿਖ ਚੁੱਕੇ ਸਨ 80 ਖਰਾਬ ਹੋਏ। ਤੁਹਾਨੂੰ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਇਹਨਾਂ 'ਤੇ? ਫਿਰ ਵੇਖੋ ਪਹਿਲਾਂ ਡਾਕਟਰ ਰੂਪ ਸਿੰਘ ਦੇ ਆਫਿਸ 'ਚ ਮੀਟਿੰਗਾਂ ਹੁੰਦੀਆਂ ਵਾ, ਉੱਥੇ ਹੀ ਗੁਰਬਚਨ ਸਿੰਘ ਕਹਿੰਦਾ ਵੀ 125 ਸਰੂਪ ਜਿਹੜੇ ਆ ਮੇਰੇ ਕੋਲ ਫਰਮੇ ਤਿਆਰ ਹੈ ਤੇ ਮੈਂ ਪ੍ਰਿੰਟ ਕਰਕੇ ਵਿੱਚ ਰੱਖ ਕੇ ਤੇ ਇਹਨਾਂ ਨੂੰ ਪੂਰੇ ਕਰ ਦਿੰਦਾ। ਫਿਰ ਇਹੋ ਹੀ ਜਿਹੜੇ ਡਾਕਟਰ ਰੂਪ ਸਿੰਘ ਤੇ ਸਰਜਿੰਦਰ ਸਿੰਘ ਮਹਿਤਾ ਪ੍ਰੈਸ ਕਾਨਫਰੰਸ ਕਰਕੇ ਝੂਠੀ ਜਾਣਕਾਰੀ ਦਿੰਦੇ ਆ। ਫਿਰ ਇਹੋ ਹੀ ਸ਼੍ਰੋਮਣੀ ਕਮੇਟੀ ਦੇ ਪਰਮਦੀਪ ਸਿੰਘ ਆ ਜਿਹੜੇ ਪੁਲਿਸ ਨੂੰ ਸਟੇਟਮੈਂਟ ਦੇਣ ਵੀ 5 ਸਰੂਪ ਆ। ਇਹ ਤਾਂ ਸਾਰੀ ਜਗ੍ਹਾ ਇਹਨਾਂ ਨੇ ਪੁਲਿਸ ਨੂੰ ਬੇਵਕੂਫ ਬਣਾਇਆ, ਸਿੱਖ ਸੰਗਤ ਨੂੰ ਬੇਵਕੂਫ ਬਣਾਇਆ, ਇਨਕੁਆਇਰੀ ਕਮੇਟੀ ਨੂੰ ਬੇਵਕੂਫ ਬਣਾਇਆ। ਹੁਣ ਤੇ ਜਿਹੜਾ ਇਹਦੇ 'ਚ ਇਨਕੁਆਇਰੀ ਦੀ ਲੋੜ ਨਹੀਂ, ਇਹ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ, FIR ਦਰਜ ਕਰਕੇ ਮੁਕੱਦਮਾ ਦਰਜ ਕਰਕੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਤੇ ਜੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਕਿਸੇ ਬੰਦੇ ਨੂੰ, ਕਿਸੇ ਉੱਚ ਅਧਿਕਾਰੀ ਨੂੰ ਜਿਨ੍ਹਾਂ ਦੀ ਇਨਵੋਲਵਮੈਂਟ ਉਹਨਾਂ ਨੂੰ ਛੱਡਿਆ ਵੀ, ਤੇ ਇੰਨੇ ਸਬੂਤ ਹੈਗੇ ਵੀ ਅਦਾਲਤ ਇਹਨਾਂ ਨੂੰ ਸਮਨ ਕਰਕੇ ਸਜ਼ਾ ਜ਼ਰੂਰ ਦੇਊਗੀ। ਜਿਸ ਤਰ੍ਹਾਂ ਦਾ ਡਾਕੂਮੈਂਟ ਸਾਹਮਣੇ ਆਇਆ, ਤੁਹਾਨੂੰ ਲੱਗਦਾ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ? ਵੇਖੋ ਇਹਨਾਂ ਨੂੰ ਅਰੈਸਟ ਕਰਨਾ ਚਾਹੀਦਾ ਵੀ ਤੁਸੀਂ ਪੁਲਿਸ ਨੂੰ ਪਹਿਲਾਂ ਝੂਠ ਬੋਲੇ, ਜਦੋਂ ਤੁਹਾਡੇ ਕੋਲ ਇਹ ਸਾਰਾ ਰਿਕਾਰਡ ਹੈਗਾ ਫਿਰ ਤੁਸੀਂ ਝੂਠ ਕਿਉਂ ਬੋਲੋ? ਜਦੋਂ ਡਾਕੂਮੈਂਟਰੀ ਰਿਕਾਰਡ ਤੁਹਾਡਾ ਦੱਸਣ ਦੇ ਵੀ ਉਦੋਂ ਕਿੰਨਾ ਨੁਕਸਾਨ ਹੋਇਆ, ਇਹਨੂੰ ਲੁਕਾਉਣ ਦਾ ਕੀ ਫਾਇਦਾ ਹੈਗਾ ਵਾ? ਤੁਸੀਂ ਇਹ ਵੇਖੋ ਵੀ ਇਸ ਗੱਲ ਨੂੰ ਲੁਕਾਉਣ ਦਾ ਕੋਈ ਫਾਇਦਾ ਹੈਗਾ ਵਾ? ਘਟਨਾ ਹੋਈ ਸੀ ਉਹਦੇ 'ਚ ਕਿਸੇ ਦਾ ਕੋਈ ਫਾਲਟ ਨਹੀਂ, ਤੁਸੀਂ ਕਹਿੰਦੇ ਜੇ ਕਿਸੇ ਨੇ ਸ਼ਰਾਰਤ ਨਹੀਂ ਕੀਤੀ ਉਹ ਘਟਨਾ ਲਈ, ਕਿਸੇ ਨੇ ਅੱਗ ਨਹੀਂ ਲਗਾਈ, ਸ਼ਰਾਰਤ ਨਹੀਂ ਕੀਤੀ, ਇਸ ਕਰਕੇ ਤੁਹਾਨੂੰ ਲੁਕਾਉਣ ਦਾ ਕੀ ਫਾਇਦਾ? ਲੁਕਾਉਣ ਦਾ ਇੱਕੋ ਫਾਇਦਾ ਹੈ ਵੀ ਤੁਸੀਂ ਇਸ ਗੱਲ ਨੂੰ ਨਿਕਲ ਨਹੀਂ ਦੇਣਾ ਚਾਹੁੰਦੇ ਵੀ 2017 ਦੀ ਵਿਧਾਨ ਸਭਾ ਦੀ ਇਲੈਕਸ਼ਨ ਜਿਹੜੀ ਉਹਦੇ 'ਚ ਅਕਾਲੀ ਦਲ ਨੂੰ ਇਹਦਾ ਨੁਕਸਾਨ ਨਾ ਹੋਵੇ। ਇਹ ਤਾਂ ਸਾਰੀ ਸਾਜ਼ਿਸ਼ ਹੀ ਵੱਡੀ, ਇਹ ਵੱਡੀ ਸਾਜ਼ਿਸ਼ ਦੀ ਜਿਹੜੀ ਤਫਤੀਸ਼ ਹੋਣੀ ਚਾਹੀਦੀ ਹੈ, ਬਹੁਤ ਜ਼ਰੂਰੀ ਹੈ। ਇਸ ਵੇਲੇ ਜਿਹੜੇ ਆ ਨਵੇਂ ਡਾਕੂਮੈਂਟ ਆਏ ਆ, ਇਹਦੇ ਨਾਲ ਸਾਨੂੰ ਜਿਹੜਾ ਇਹਨਾਂ ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਅਧਿਕਾਰੀ ਆ ਇਹਨਾਂ ਤੇ ਬਿਲਕੁਲ ਇਤਬਾਰ ਨਹੀਂ ਰਿਹਾ। ਇਹ ਫੌਰਨ ਤੌਰ ਤੇ ਜਿਹੜਾ ਪੁਲਿਸ ਨੂੰ ਕੇਸ ਦੇਣ, ਪੁਲਿਸ FIR ਰਜਿਸਟਰਡ ਕਰੇ ਤੇ ਇਹਨਾਂ ਨੂੰ ਅਰੈਸਟ ਕਰੇ। ਪੁਲਿਸ ਨੂੰ ਕਰਨੀ ਚਾਹੀਦੀ ਜਾਂ ਹਾਈ ਕੋਰਟ ਦੇ ਸਿਟਿੰਗ ਜੱਜ ਜਾਂ ਕੁਝ ਹੋਰ ਕੋ ਕਰਵਾਉਣੀ ਚਾਹੀਦੀ ਹੈ? ਵੇਖੋ ਤਫਤੀਸ਼ ਜਿਹੜੀ ਆ ਸਿੱਟ ਬਣ ਸਕਦੀ ਹੈ, ਸਿੱਟ ਦੇ ਵਿੱਚ ਕਈ ਮੈਂਬਰ ਹੋ ਸਕਦੇ, ਪਰ ਜਿਹੜਾ ਅਰੈਸਟ ਦੀ ਪਾਵਰ ਜਿਹੜੀ ਆ, ਅਰੈਸਟ ਤੇ ਇਨਵੈਸਟੀਗੇਸ਼ਨ ਦੀ ਪਾਵਰ ਉਹ ਸਿਰਫ ਪੁਲਿਸ ਕੋਲ ਆ। ਇਸ ਕਰਕੇ ਜਿਹੜੇ ਉਹ ਪੁਲਿਸ ਦੇ ਕੋਲ ਹੀ ਕੇਸ ਜਿਹੜਾ ਵਾ ਕੋਈ ਇਨਵੈਸਟੀਗੇਸ਼ਨ ਹੈ ਉਹ ਪੁਲਿਸ ਹੀ ਕਰ ਸਕਦੀ ਹੈ। ਸੋ ਇਹ ਸਨ ਸਰਬਜੀਤ ਸਿੰਘ ਵਿਰਕਾ ਜਿਨ੍ਹਾਂ ਵੱਲੋਂ ਦੱਸਿਆ ਗਿਆ ਹੈ ਕਿ ਜੋ SGPC ਵੱਲੋਂ ਆਪਣਾ ਜੋ ਪਹਿਲਾਂ ਕਿਹਾ ਗਿਆ ਸੀ ਕਿ 5 ਸਰੂਪ ਸਨ ਜਿਹੜੇ ਅਗਨ ਭੇਟ ਦੇ
ਤੋਂ ਬਾਅਦ ਜਿਹੜਾ ਅੱਗ ਬੁਝਾਉਣ ਦੇ ਸਮੇਂ ਜੋ ਉਹ ਨੁਕਸਾਨੇ ਗਏ ਸਨ। ਲੇਕਿਨ ਹੁਣ 2020 ਦੇ ਵਿੱਚ ਫਰਵਰੀ ਮਹੀਨੇ ਹੀ ਉਹਨਾਂ ਵੱਲੋਂ ਆਪਣੇ ਜੋ ਦਫ਼ਤਰੀ ਕਾਰਵਾਈ ਦੇ ਵਿੱਚ ਇਹ ਲਿਖਿਆ ਗਿਆ ਸੀ ਕਿ 80 ਸਰੂਪ ਜੋ ਸਨ ਉਸ ਸਮੇਂ ਅੱਗ ਬੁਝਾਉਣ ਸਮੇਂ ਨੁਕਸਾਨੇ ਗਏ ਸਨ। ਲੇਕਿਨ ਹੈਰਾਨੀ ਵਾਲੀ ਗੱਲ ਇਹ ਹੈ ਕਿ ਜੋ ਜਾਂਚ ਕਮੇਟੀ ਬਣਾਈ ਗਈ ਸੀ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ, ਉਹਨਾਂ ਉਸ ਕਮੇਟੀ ਨੂੰ ਵੀ ਜੋ ਇਹ ਜੋ ਰਿਪੋਰਟ ਸੀ ਜਾਂ ਜੋ ਇਹ ਦਸਤਾਵੇਜ਼ ਸਨ ਉਹਨਾਂ ਨੂੰ ਨਹੀਂ ਦਿਖਾਏ ਗਏ। ਸਰਬਜੀਤ ਸਿੰਘ ਵੇਰਕਾ ਦਾ ਕਹਿਣਾ ਕਿ ਉਹਨਾਂ ਦੇ ਹੁਣ ਜੋ ਅਧਿਕਾਰੀ ਇਸ ਕੰਮ ਦੇ ਲਈ ਸਾਰੇ ਵਾਸਤੇ ਜ਼ਿੰਮੇਵਾਰ ਹਨ, ਉਹਨਾਂ ਦੇ ਉੱਪਰ ਪੁਲਿਸ ਕਾਰਵਾਈ ਹੋਣੀ ਚਾਹੀਦੀ ਹੈ ਸਖਤੀ ਨਾਲ, ਤਾਂ ਕਿ ਜੋ ਲਾਪਤਾ ਸਰੂਪ ਹਨ ਉਹ ਪਤਾ ਲੱਗ ਸਕੇ ਕਿ ਉਹ ਲਾਪਤਾ ਸਰੂਪ ਕਿੱਥੇ ਹਨ। ਕੈਮਰਾਮੈਨ ਰਾਮ ਸ਼ਰਮਾ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।